वैसे तो बहुत सारी साझे तौर पर उन्होंने भी दुख का प्रगटावा करते हैं, पर कुछ विद्वान होंगे है, कुछ ना किसी पासे फील्ड में अपनी बड़ी मानता बनाई हुई है। उन्होंने डॉक्टर जोत सिंह जी और सरदार मिल्खा सिंह जी, उन्होंने सिख जिन्होंने आप कहते हैं, वो सानू विछोड़ा दे के चले गए। उन्होंने उन्होंने परिवारों वास्ते भी शोक संदेश जोड़ा शोक पता जो भेजने वास्ते पास किया गया। इस तरह पिछले दिनों में कुछ शख्सियत साढ़े को विछड़ियाँ, जिस तरह ज्ञानी जोगिंदर सिंह जी वेदांती साहिब, इस तरह ज्ञानी भगवान सिंह जी मल्लेवाल साहब, मल्लू नंगल, सरदार दलीप सिंह जी मल्लू नंगल, ਇਹੋ ਜਿਹੀਆਂ ਜਿਹੜੀਆਂ ਰੂਹਾਂ ਵਿਛੜੀਆਂ ਸਨ, ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਲਾਉਣ ਵਾਸਤੇ ਅੱਜ ਐਗਜ਼ੈਕਟਿਵ ਨੇ ਕਿਹਾ ਕਿ ਸਾਡੀ ਰਵਾਇਤ ਹੈ ਕਿ ਜਿਨ੍ਹਾਂ ਨੇ ਕਿਸੇ ਫੀਲਡ ਵਿੱਚ ਬੜੀ ਵੱਡੀ ਦੇਣ ਦਿੱਤੀ ਹੋਵੇ, ਉਹਨਾਂ ਦੀ ਅਸੀਂ ਅਜਾਇਬ ਘਰ ਦੇ ਵਿੱਚ ਤਸਵੀਰਾਂ ਲਾਉਂਦੇ ਹਾਂ, ਉਹ ਲਾਈਆਂ ਜਾਣ। ਉਹ ਵੀ ਅੱਜ ਸਰਬਸੰਮਤੀ ਦੇ ਨਾਲ ਪਾਸ ਹੋਇਆ। ਨੌਵੇਂ ਪਾਤਸ਼ਾਹ ਜੀ ਦਾ 400 ਸਾਲਾ ਅਸੀਂ ਮਨਾ ਰਹੇ ਹਾਂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਉਹ ਵੀ ਇਹ ਸਲਾਹ ਕੀਤੀ ਗਈ ਹੈ ਕਿ ਹੁਣ ਕੋਵਿਡ ਦਾ ਸਮਾਂ ਘਟ ਗਿਆ, ਹੁਣ ਅਸੀਂ ਇਕੱਠ ਕਰ ਸਕਦੇ ਹਾਂ, ਹੁਣ ਸੰਗਤਾਂ ਗੁਰਦੁਆਰੇ 'ਚ ਖੁੱਲੀਆਂ ਆ ਸਕਦੀਆਂ ਹਨ, ਹੁਣ ਗੁਰਮਤਿ ਦੇ ਸਮਾਗਮ ਕੀਤੇ ਜਾ ਸਕਦੇ ਹੈ, ਅੰਮ੍ਰਿਤ ਸੰਚਾਰ ਕੀਤੇ ਜਾ ਸਕਦੇ ਹੈ। ਉਹ ਸਾਰੇ ਸਮਾਗਮ ਜਿਹੜੇ ਅਸੀਂ ਉਲੀਕੇ ਸਨ, ਉਹਨਾਂ ਨੂੰ ਰਿਵਿਊ ਕਰਕੇ ਜਿੱਥੇ ਜਿੱਥੇ ਸਮਾਗਮ ਕਰਾਉਣੇ ਹੋਣ, ਆਊਟ ਆਫ ਸਟੇਟ ਵੀ ਜਾਂ ਪੰਜਾਬ ਦੇ ਵਿੱਚ ਵੀ, ਉਹਨਾਂ ਸਾਰੇ ਸਮਾਗਮਾਂ ਦੀ ਵਿਉਂਤਬੰਦੀ ਕਰਕੇ ਜਲਦੀ ਜਿਹੜਾ ਉਹ ਐਲਾਨ ਕਰਕੇ ਅਸੀਂ ਉਹ ਸਮਾਗਮ ਸ਼ੁਰੂ ਕਰਾਂਗੇ, ਤਾਂ ਜੋ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਜਿਸ ਤਰ੍ਹਾਂ ਸ਼ੁਰੂ ਕੀਤਾ ਸੀ 400 ਸਾਲਾਂ ਦੇ ਉੱਤੇ, ਉਹ ਸਮਾਗਮ ਜਿਹੜੇ ਹੈ ਬਦਸਤੂਰ ਉਹਨਾਂ ਨੂੰ ਚਾਲੂ ਕੀਤਾ ਜਾਵੇ। ਕਿਉਂਕਿ ਵਿੱਚ ਰੁਕਾਵਟ ਆ ਗਈ, ਅਸੀਂ ਵੀ ਬੜੇ ਪਰੇਸ਼ਾਨ ਹੋਏ, ਸੰਗਤ ਵੀ ਬੜੀ ਪਰੇਸ਼ਾਨ ਸੀ, ਤੇ ਨਾਲ ਹੀ ਹਰ ਹਲਕੇ ਵਿੱਚ ਅਸੀਂ ਐਲਾਨ ਕੀਤਾ ਸੀ, ਜੋ ਵੀ ਅਸੀਂ ਐਲਾਨ ਕੀਤੇ ਸੀ ਕਿ ਹਰ ਹਲਕੇ ਵਿੱਚ ਅਸੀਂ ਇੱਕ ਗੁਰਮਤਿ ਸਮਾਗਮ ਕਰਾਵਾਂਗੇ। ਉਹ ਵੀ ਅਸੀਂ ਤਿਆਰੀਆਂ ਜਿਹੜੀਆਂ ਅਸੀਂ ਹਲਕਾਵਾਰ ਟਾਈਮ ਦੇਵਾਂਗੇ, ਤੇ ਉਹਨਾਂ ਹਲਕਿਆਂ ਦੇ ਵਿੱਚ ਗੁਰਮਤਿ ਸਮਾਗਮ ਜਿਹੜੇ ਹੈ ਕੀਰਤਨ ਦਰਬਾਰ ਗੁਰਮਤਿ ਸਮਾਗਮ ਜਿਹੜਾ ਅਸੀਂ ਕਰਨੇ ਸੀਗੇ ਉਹ ਅਸੀਂ ਸ਼ੁਰੂ ਕਰ ਦੇਣੇ ਆ। ਉਹ ਸਾਰੇ ਸਮਾਗਮਾਂ ਦੀ ਵਿਉਂਤਬੰਦੀ ਜਿਹੜੀ ਹੈ ਕੋਈ 2 ਦਿਨਾਂ 'ਚ ਕਰਕੇ ਅਸੀਂ ਸੰਗਤ ਨੂੰ ਐਲਾਨ ਕਰਦੇ ਹਾਂ। ਇੱਕ ਨਾ ਜੀ ਰਾਜ ਸਭਾ ਦੇ ਵਿੱਚ ਰਾਜ ਸਭਾ ਦੀ ਕਮੇਟੀ ਰਾਹੀਂ ਇੱਕ ਮੰਗ ਕੀਤੀ ਗਈ ਸੀ ਕਿ NCERT ਦੀਆਂ ਕਿਤਾਬਾਂ ਵਿੱਚ, ਕਿਉਂਕਿ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਮੀਟਿੰਗ ਕੀਤੀ ਸੀ ਸਾਡੀ ਆਨਲਾਈਨ, ਉਸ ਵੇਲੇ ਅਸੀਂ ਪੁਆਇੰਟ ਰੱਖਿਆ ਸੀ ਕਿ ਬਹੁਤ ਸਾਰਾ ਇਤਿਹਾਸ ਸਾਡਾ ਵਿਗਾੜਿਆ ਗਿਆ, ਬਹੁਤ ਸਾਰਾ ਇਤਿਹਾਸ ਜਿਹੜਾ ਸਾਡਾ ਉਹ ਖਤਮ ਹੋ ਗਿਆ ਕਿਤਾਬਾਂ ਵਿੱਚੋਂ। ਉਸ ਵੇਲੇ ਜਦੋਂ ਅਸੀਂ ਇਹ ਗੱਲਾਂ ਰੱਖੀਆਂ ਸਨ, ਤੇ ਉਹਦੇ ਆਧਾਰ ਦੇ ਉੱਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਰਾਜ ਸਭਾ ਦੇ ਵਿੱਚੋਂ ਇੱਕ ਕਮੇਟੀ ਬਣਾਈ ਹੈ, ਉਹਨਾਂ ਨੇ ਮੰਗ ਕੀਤੀ ਹੈ ਕਿ NCERT ਕਿਤਾਬਾਂ ਦੇ ਵਿੱਚ ਜਿਹੜਾ ਸਿਲੇਬਸ ਜਾਂ ਕੋਈ ਇਤਿਹਾਸ ਹੈ ਉਹ ਕੀ ਲਿਖਣਾ ਚਾਹੀਦਾ ਤੇ ਕੀ ਖਤਮ ਕਰਨਾ ਚਾਹੀਦਾ, ਉਹਦੇ ਸੰਬੰਧ ਵਿੱਚ ਸਾਨੂੰ ਸੁਝਾਅ ਦਿਓ। ਉਹ ਅਸੀਂ 2 ਮੀਟਿੰਗਾਂ ਮੈਂ ਆਪ ਕੀਤੀਆਂ ਵਿਦਵਾਨਾਂ ਦੇ ਨਾਲ, ਹਿਸਟੋਰੀਅਨ ਦੇ ਨਾਲ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ। ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਕੁਝ ਜਿਹੜੀਆਂ ਸੰਸਥਾਵਾਂ ਸਨ, ਉਹਨਾਂ ਨੇ ਸਾਰੀਆਂ ਨੇ ਬਹੁਤ ਤਕਰੀਬਨ ਧਰਮ ਪ੍ਰਚਾਰ ਕਮੇਟੀ ਸਾਡੀ ਹੋ ਗਈ, ਡਾਇਰੈਕਟੋਰੇਟ ਹੋ ਗਿਆ, ਸਿੱਖ ਇਤਿਹਾਸ ਰਿਸਰਚ ਬੋਰਡ ਹੋ ਗਿਆ, ਚੀਫ ਖਾਲਸਾ ਦੀਵਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕਲਗੀਧਰ ਟਰਸਟ, ਬੜੂ ਸਾਹਿਬ, ਨਨਕਾਣਾ ਸਾਹਿਬ ਐਜੂਕੇਸ਼ਨ ਟਰਸਟ, ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰਸਟ, ਗੁਰੂ ਅੰਗਦ ਦੇਵ ਵੈਲਫੇਅਰ ਕੌਂਸਲ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਅਕਾਲ ਯੂਨੀਵਰਸਿਟੀ, ਜਨਤਾ ਗੁਰਚਰਨ ਸਿੰਘ ਟੋਡਾ ਇੰਸਟੀਚਿਊਟ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ। ਇਸ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਨੂੰ ਅਸੀਂ ਮੀਟਿੰਗਾਂ ਕੀਤੀਆਂ ਔਰ ਹੋਰ ਵੀ ਵਿਦਵਾਨ ਬੁਲਾਏ। ਉਹਨਾਂ ਸਾਰਿਆਂ ਨੇ ਬਕਾਇਦਾ ਸਾਰੀ ਜੋੜੀ ਸੀ ਉਹ ਤਿਆਰ ਕੀਤਾ, ਆਪਣਾ ਜਿੱਦਾਂ ਖਰੜਾ ਤਿਆਰ ਕਰੀਦਾ, ਉਹ ਅਸੀਂ ਪੂਰਾ ਟੀਮਾਂ ਮੈਂ 2 ਬਣਾਤੀਆਂ ਉਹਨਾਂ ਦੀਆਂ, ਉਹ ਸਟੱਡੀ ਕਰ ਰਹੀਆਂ ਉਹਦੇ ਖਰੜੇ ਦੇ ਅਨੁਸਾਰ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਿਹੜੇ ਅਧਿਆਪਕਾਂ ਨਾਲ ਦੇ ਜਾਂ ਟੀਮਾਂ ਬਣਾ ਕੇ ਖਰੜਾ ਲਿਖਵਾਇਆ ਜਾ ਰਿਹਾ ਹੈ, ਉਹ ਅਸੀਂ ਜਲਦੀ ਹੀ ਉਹਨਾਂ ਨੂੰ ਫਿਰ ਭੇਜਾਂਗੇ। ਪਹਿਲਾਂ ਅਸੀਂ ਆਲਰੇਡੀ ਭੇਜ ਦਿੱਤਾ ਉਹਨਾਂ ਨੂੰ, ਉਹ ਭੇਜ ਕੇ ਅਸੀਂ ਆਪਣੀ ਤਿਆਰੀ ਸ਼ੁਰੂ ਕਰਤੀ ਹੈ। ਉਹ ਸਾਡੇ ਕੋਲ ਹੈ ਕਿ ਜਿਹੜਾ ਅਸੀਂ ਕੀ ਕੁਝ ਭੇਜਿਆ, ਉਹ ਸਾਡੇ ਕੋਲ ਲਿਸਟ ਹੈ ਸਾਡੀ, ਕਿਉਂਕਿ ਲੰਬੀ ਚੌੜੀ ਲਿਸਟ ਹੈ ਵੀ 6th ਕਲਾਸ ਵਿੱਚ ਕੀ ਚਾਹੀਦਾ, 7th ਵਿੱਚ ਕੀ ਚਾਹੀਦਾ, ਉਹਦੋਂ ਕੱਢਣਾ ਕਿਹੜਾ, ਉਹ 'ਚ ਪਾਉਣਾ ਕੀ ਹੈ, ਉਹ ਸਾਰੀਆਂ ਨਾਲ ਹੀ ਅਸੀਂ ਅਪੀਲ ਕੀਤੀ ਸੀ, ਬਹੁਤ ਮਿਹਨਤ ਕੀਤੀ ਹੈ। ਤੇ ਇਸ ਵੇਲੇ 5000 ਈਮੇਲ ਜਿਹੜੀ ਹੈ ਉਹ ਚਲੀ ਗਈ ਉੱਥੇ ਰਾਜ ਸਭਾ ਦੇ ਵਿੱਚ। ਉਸ ਟੀਮ ਨੂੰ 5000 ਦੇ ਕਰੀਬ ਈਮੇਲ ਚਲੀ ਗਈ। ਅਸੀਂ ਚੈੱਕ ਕਰ ਰਹੇ ਨਾਲ ਸਕੂਲਾਂ ਦੇ ਸਿਲੇਬਸ ਉਹ ਜਿਹੜੀ 5000 ਈਮੇਲ ਹੈ ਉਹ ਅਸੀਂ ਨਾਲ ਵਾਚ ਕਰ ਰਹੇ ਹਾਂ
उन्होंने ਅਸੀਂ ਸਟੱਡੀ ਕਰ ਰਹੇ ਹਾਂ, ਉਹਦੇ ਅਨੁਸਾਰ ਖਰੜਾ ਤਿਆਰ ਕਰਾਂਗੇ। ਜਿਹੜੀ ਆਖਰੀ ਰਿਪੋर्ट ਹੈ ਉਹਦੇ ਅਸੀਂ ਬਣਾ ਕੇ ਉਹਨੂੰ ਅਸੀਂ ਫਿਰ ਭੇਜਾਂਗੇ ਦੁਬਾਰਾ। ਆਲਰੇਡੀ ਅਸੀਂ ਬਣਾ ਕੇ ਭੇਜ ਦਿੱਤੀ ਹੈ, ਜਿਹੜਾ ਛੋਟਾ ਖਰੜਾ ਜਿਹਾ ਬਣਾ ਕੇ ਭੇਜਦਾ ਸੀ ਕੀ ਕੁਝ ਹੋਣਾ ਚਾਹੀਦਾ। ਪਰ ਈਮੇਲ ਜਿਹੜੀਆਂ ਲੋਕਾਂ ਨੇ ਵਿਦਵਾਨਾਂ ਨੇ ਭੇਜੀਆਂ, ਸੰਸਥਾਵਾਂ ਨੇ ਭੇਜੀਆਂ, ਉਹ ਅਸੀਂ ਸਾਰੀਆਂ ਸਟੱਡੀ ਕਰ ਰਹੇ ਹਾਂ। ਮੈਂ ਟੀਮਾਂ ਬਣਾਈਆਂ 2, ਉਹ ਸਟੱਡੀ ਕਰ ਰਹੀਆਂ ਔਰ ਉਹਦੇ ਆਧਾਰ ਦੇ ਉੱਤੇ ਅਸੀਂ ਪੂਰਾ ਖਰੜਾ ਤਿਆਰ ਕਰਕੇ ਆਉਣ ਵਾਲੇ ਸਮੇਂ 'ਚ NCERT ਨੂੰ ਭੇਜਿਆ ਜਾਏਗਾ ਤੇ ਨਾਲ ਇਹ ਲਿਖਿਆ ਜਾਏਗਾ ਕਿ ਸਾਰਾ ਜੋ ਤੁਹਾਡੇ ਕੋਲ ਰਿਪੋਰਟਾਂ ਆਈਆਂ, ਜਿੰਨੀਆਂ ਵਿਦਵਾਨਾਂ ਨੇ ਭੇਜੀਆਂ, 5000 ਈਮੇਲ ਆਈ ਹੈ, ਹੋਰ ਵੀ ਆ ਰਹੀ ਹੈ, ਜਿੰਨੀਆਂ ਵੀ ਭੇਜੀਆਂ ਨੇ ਉਹਨਾਂ ਨੂੰ ਤੁਸੀਂ ਵੀ ਕੰਸੋਲੀਡੇਟ ਕਰਕੇ, ਅਸੀਂ ਵੀ ਕਰਕੇ, ਜੋ ਅਸੀਂ ਭੇਜਾਂਗੇ ਉਹਦੇ ਆਧਾਰ ਦੇ ਉੱਤੇ ਕਿਤਾਬਾਂ ਛਪ ਕੇ ਜਾਣ ਔਰ ਜੋ ਵੀ ਛਪੇ ਉਹਦੀ ਅਥੈਂਟਿਸਿਟੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਰਾਈ ਜਾਏ। ਇਹ ਨਾ ਹੋਵੇ ਕਿ ਕੋਈ ਕਿਸੇ ਢੰਗ ਦੀ ਭੇਜ ਦੇਵੇ, ਕੋਈ ਕੁਛ ਭੇਜ ਦੇਵੇ, ਉਹਦੀ ਅਥੈਂਟਿਸਿਟੀ ਦੇ ਉੱਤੇ ਫਿਰ ਕੋਈ ਨਾ ਕੋਈ ਕਿੰਤੂ ਪ੍ਰੰਤੂ ਹੁੰਦਾ ਤੇ ਜਦ ਤੱਕ ਅਥੈਂਟਿਸਿਟੀ ਲਾਸਟ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰਦੀ ਉਦੋਂ ਤੱਕ ਉਹ NCERT ਦੀਆਂ ਕਿਤਾਬਾਂ ਵਿੱਚ ਨਾ ਛਾਪਿਆ ਜਾਵੇ। ਇਹ ਜਿਹੜੀ ਮੇਨ ਸੀਗੀ ਗੱਲ, ਸਾਡੇ ਵਾਸਤੇ ਵੱਡੀ ਪ੍ਰੋਬਲਮ ਸੀਗੀ, ਉਹਦਾ ਅਸੀਂ ਕੰਮ ਸ਼ੁਰੂ ਕੀਤਾ ਹੋਇਆ। 5000 ਦੇ ਕਰੀਬ ਈਮੇਲਾਂ ਅਸੀਂ ਤਕਰੀਬਨ ਉਹ ਪਵਾ ਦਿੱਤੀਆਂ ਤੇ ਜਿਹੜਾ ਸਿਲੇਬਸ ਕੀ ਹੋਏਗਾ ਉਹ ਸਾਰਾ ਜੋ ਸੀਗਾ 6th ਕਲਾਸ ਤੋਂ ਲੈ ਕੇ ਸਾਰਾ 12ਵੀਂ ਤੱਕ ਬਣਾ ਕੇ ਉਹ ਸਾਰਾ ਡਿਟੇਲ ਵਿੱਚ ਅਸੀਂ ਕਰ ਦਿੱਤਾ। ਇਸ ਕਰਕੇ ਮੇਰੇ ਖਿਆਲ ਇਹ ਸਾਡੀ ਬਹੁਤ ਵੱਡੀ ਇਸ ਵੇਲੇ ਦੀ ਚਿੰਤਾ ਸੀ। ਦੂਜੀ ਜਿਹੜੀ ਹੈਗੀ ਹੈ ਕਿ ਇੱਕ ਸਾਡੇ ਪਿੱਛੇ ਕੋਵਿਡ ਦੇ ਸਮੇਂ ਦੇ ਵਿੱਚ ਜਾਂ ਕਿਸਾਨੀ ਦੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ ਨਾਲ ਬੜੀ ਵੱਡੀ ਸੇਵਾ ਕੀਤੀ ਹੈ। ਅਸੀਂ ਦੇਖ ਰਹੇ ਸੀ ਜਿਹੜੇ ਕਿਸਾਨ ਡੈਥਸ ਹੋ ਗਈਆਂ, ਤਕਰੀਬਨ 3 ਕਰੋੜ ਰੁਪਈਆ ਉਹਨਾਂ ਨੂੰ ਚਲਾ ਗਿਆ। ਅਜੇ ਹੋਰ ਵੀ ਕਈ ਕੇਸ ਆ ਜਾਂਦੇ ਆ ਔਰ ਜਿਹੜਾ ਜੈਨੂਨ ਹੁੰਦਾ ਉੱਥੇ ਕੋਈ ਡੈਥ ਹੋ ਜਾਂਦੀ ਹੈ ਉੱਥੇ ਬੈਠਿਆਂ ਦੀ, ਫਿਰ ਸਾਨੂੰ ਉਹ ਵੀ ਕੰਸੀਡਰ ਕਰਨਾ ਪੈਂਦਾ ਕਿ ਕੋਈ ਛੱਡਿਆ ਨਹੀਂ ਜਾ ਸਕਦਾ। ਇਹ ਜ਼ਰੂਰ ਅਸੀਂ ਪਾਸ ਕੀਤਾ ਕਿ ਹੁਣ ਜਿਹੜਾ ਉੱਥੇ ਮੌਕੇ ਉੱਤੇ ਕਿਸੇ ਡੈਥ ਹੋਵੇ ਉਹਨੂੰ ਅਸੀਂ ਸੇਵਾ ਕਰਾਂਗੇ, ਕਿਉਂਕਿ ਅਸੀਂ ਕੋਵਿਡ ਵਾਲੇ ਪਾਸੇ ਲੱਗ ਗਏ। ਉੱਥੋਂ ਲੋਕ ਜਿਹੜੇ ਆਏ ਉਹਨਾਂ ਨੂੰ ਕੋਵਿਡ ਹੋਇਆ, ਡੈਥ ਉਹਦੇ ਨਾਲ ਹੋਈ, ਉਹ ਕੋਵਿਡ ਦਾ ਇਲਾਜ ਕਰਨ ਵਾਸਤੇ ਵੀ ਬੜੀ ਵੱਡੀ ਮਿਹਨਤ ਕੀਤੀ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੇ ਯਤਨ ਕੀਤੇ, ਉੱਥੇ ਤਕਰੀਬਨ ਜਿਹੜਾ ਸਾਡਾ ਸੀਗਾ ਸ੍ਰੀ ਗੁਰੂ ਰਾਮਦਾਸ ਹਸਪਤਾਲ ਉਹਦੇ ਵੱਲੋਂ ਪੌਣੇ 2 ਕਰੋੜ ਰੁਪਈਆ ਇਸ ਵੇਲੇ ਤੱਕ ਲੱਗ ਚੁੱਕਾ ਹੈ। ਜਿਹੜਾ ਅਸੀਂ ਕੋਵਿਡ ਸੈਂਟਰ ਵੀ ਖੋਲ੍ਹੇ, ਜਿਹੜੇ ਅਸੀਂ ਵੈਕਸੀਨ ਵੀ ਕੀਤੀ ਤੇ ਇਸੇ ਤਰ੍ਹਾਂ ਬਦਸਤੂਰ ਫਿਰ ਵੈਕਸੀਨੇਸ਼ਨ ਦਾ ਕੰਮ ਉਸੇ ਤਰ੍ਹਾਂ ਚੱਲਦਾ ਰਹੇਗਾ, ਉੱਦਾਂ ਹੀ ਇਲਾਜ ਚੱਲਦਾ ਰਹੇਗਾ, ਉਸੇ ਤਰ੍ਹਾਂ ਹਸਪਤਾਲ ਵੱਲੋਂ ਦਿੱਤੀਆਂ ਸੇਵਾਵਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਇਹ ਜਿਹੜੀਆਂ ਚੀਜ਼ਾਂ ਮੈਂ ਇਸ ਕਰਕੇ ਦੱਸ ਰਹੀ ਹਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਹੋਰ ਵੱਡਾ ਕੰਮ ਕਰਨ ਜਾ ਰਹੇ ਹਾਂ। ਇੱਕ ਜਿਹੜੀ ਘੱਟ ਰੇਟਾਂ ਵਾਲੀ ਦਵਾਈ ਜਿਹਨੂੰ ਆਪਾਂ ਜੈਨਰਿਕ ਸਟੋਰ ਕਹਿੰਦੇ ਹਾਂ, ਉਹ ਅਸੀਂ ਖੋਲ੍ਹਣ ਜਾ ਰਹੇ ਹਾਂ ਕਾਫੀ ਗਿਣਤੀ 'ਚ। ਕਾਫੀ ਮੇਨ ਜਿੰਨੇ ਵੱਡੇ ਗੁਰਦੁਆਰੇ ਸਾਡੇ A ਗ੍ਰੇਡ ਦੇ ਗੁਰਦੁਆਰੇ ਖਾਸ ਕਰਕੇ, ਉਹਨਾਂ ਗੁਰਦੁਆਰਿਆਂ 'ਚ ਅਸੀਂ ਮੈਡੀਕਲ ਹਾਲ, ਮੈਡੀਕਲ ਸਟੋਰ ਤੇ ਨਾਲ ਹੀ ਉਹਦੇ ਟੈਸਟ ਵਾਸਤੇ ਜਿਹੜੇ ਲੈਬੋਰਟਰੀ ਜਿਹੜੀ ਉਹ ਬਣਾਈ ਜਾਏਗੀ। ਉਸ ਲੈਬੋਰਟਰੀ 'ਚ ਉਹਦਾ ਲੈ ਕੇ ਆਉਣਗੇ, ਜਦੋਂ ਉਹਨਾਂ ਦਾ ਰਿਪੋਰਟ ਲੈ ਕੇ ਸੈਂਪਲ ਲੈ ਕੇ ਫਿਰ ਆਪਣੇ ਹਸਪਤਾਲ ਦੇ ਵਿੱਚ ਉਹਦੇ ਟੈਸਟ ਰਿਪੋਰਟ ਕਰਕੇ ਦਿੱਤੀ ਜਾਏਗੀ। ਜੈਨਰਿਕ ਸਟੋਰ ਖੋਲਾਂਗੇ ਜਿੱਥੇ ਨੋ ਪ੍ਰੋਫਿਟ ਨੋ ਲਾਸ, ਜੋ ਸਾਨੂੰ ਕੰਪਨੀ ਤੋਂ ਰੇਟ ਮਿਲੇਗਾ। ਔਰ ਇਹ ਨਹੀਂ ਕਿ ਕੰਪਨੀ ਕੋਈ ਮਾੜੀ ਹੋਏਗੀ, ਵੱਡੀਆਂ ਜਿਹੜੀਆਂ ਕੰਪਨੀਆਂ ਨੇ ਜਿਹੜੀ ਅੱਛੀ ਮੈਡੀਸਨ ਹੈ ਜਿਹਨੂੰ ਅਪਰੂਵਡ ਜਿਸ ਤਰ੍ਹਾਂ ਕਹਿੰਦੇ ਆ ਵਧੀਆ ਕੰਪਨੀ ਜਿਹਦਾ ਇਲਾਜ ਕੀਤੇ ਜਾਂਦੇ ਆ। ਆਪਾਂ ਸਾਰੇ ਗੁਰੂ ਰਾਮਦਾਸ ਹਸਪਤਾਲ ਵਿੱਚ ਵੀ ਅਸੀਂ ਮਾੜਾ ਉੱਥੋਂ ਨਹੀਂ ਲੈਂਦੇ ਦਵਾਈ। ਇਸੇ ਤਰ੍ਹਾਂ ਇਸੇ ਕੰਪਨੀਆਂ ਨਾਲ ਗੱਲ ਕਰਕੇ ਵੱਧ ਤੋਂ ਵੱਧ ਉਹਦੇ ਵਿੱਚੋਂ ਕੀ ਕੱਢਿਆ ਜਾਏਗਾ, ਜਿਹੜਾ ਉੱਥੇ ਫਾਰਮਾਸਿਸਟ ਕੰਮ ਕਰੇਗਾ ਉਹਦੀ ਤਨਖਾਹ, ਜਿਹੜਾ ਉੱਥੇ ਕੰਪਿਊਟਰ ਤੇ ਸੇਲਮੈਨ ਹੋਏਗਾ ਉਹਦੀ ਤਨਖਾਹ, ਪਲੱਸ ਜਿਹੜਾ ਲੈਬੋਰਟਰੀ ਟੈਸਟ ਕਰਨ ਵਾਸਤੇ ਬੈਠੇਗਾ ਉਹਦੀ 3 ਕੁ ਜਾਂ 4 ਦੀ ਉਹਦੀ ਤਨਖਾਹ। ਬਸ ਸਿਰਫ 6-7% ਕਹਿ ਲਓ, ਜਿਹੜਾ ਕੋਈ ਲਾ ਕੇ ਜੇ ਇੱਕ ਗੋਲੀ 10 ਰੁਪਏ ਦੀ ਹੈ ਉੱਤੇ ਕਿੰਨਾ ਕੁ ਵਾਧਾ ਹੋਏਗਾ, ਜੇ 20 ਰੁਪਏ ਦੀ, ਇਹ ਨਹੀਂ ਕਿ 20 ਰੁਪਏ ਦੀ ਗੋਲੀ 100 ਰੁਪਏ ਦਿੱਤੀ ਜਾਏ, ਇਹ ਨਹੀਂ ਹੋਏਗਾ। ਸੋ ਇਸ ਕਰਕੇ ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਨੂੰ ਸਮਰਪਿਤ ਕਰਕੇ ਇਹ ਸਾਰੇ ਮੈਡੀਕਲ ਸਟੋਰ ਖੋਲ੍ਹੇ ਜਾਣਗੇ। ਇਹ ਸਟੋਰ ਆਪਣੇ ਵੱਡੇ ਹਸਪਤਾਲਾਂ 'ਚ ਵੀ ਵੱਡੇ ਗੁਰੂ ਰਾਮਦਾਸ ਹਸਪਤਾਲ ਦੇ ਸਾਹਮਣੇ ਲੱਗੇ ਖੋਲ੍ਹਣ, ਉਹ ਸਾਰੀ ਸਾਡੀ ਚੱਲ ਗਈ ਹੈ। ਇੱਥੋਂ ਕੋਈ ਸਾਡੀ ਜਗ੍ਹਾ ਚੱਲ ਗਈ ਹੈ, ਸਾਰਾ 20 ਦਿਨ ਲੱਗ ਜਾਂਦੇ ਲਾਇਸੈਂਸ ਬਣਨ ਨੂੰ। ਪਹਿਲਾਂ ਲਾਇਸੈਂਸ ਲੈਣਾ ਪੈਂਦਾ, ਫਿਰ ਲਾਇਸੈਂਸ ਲੈ ਕੇ ਫਿਰ ਇਹ ਖੋਲ੍ਹਣਗੇ। 4-5 ਥਾਵਾਂ ਦੇ ਉੱਤੇ ਸਾਰੀ ਜਗ੍ਹਾ ਦੇਖ ਲਈ ਹੈ, ਡਾਕਟਰ ਸਾਹਿਬ ਦੇਖਦੇ ਪਏ।
और जिस तरह अनंदपुर साहब देख ली है, तलवंडी साबो देख ली है, फतेहगढ़ साहब देख ली है, इस तरह असीं नाल गुरुद्वारियां दे विच ही कर रहे हैं तां जो संगत आवे ते अपनी जिहड़ी मुश्किल है उत्थे दवाई लैके चला जाए। सो ये जिहड़ा श्री गुरु तेग बहादुर साहब जी दे 400 सालां नूं समर्पित कीता। कल मैं दमदमा साहब गई सी, उत्थे लड़कियां जिहड़ा सी 200 का ऐलान किया सीगा कि गुरसिख बच्चियां 200 जड़ियां सी फ्री पढ़ावांगे अमृतधारी। मैनूं बड़ी खुशी है कि उत्थे इस वेले तक 200 बच्ची का दाखला तकरीबन हो चुका है। और उत्थे ही मैं इन्हूं कहता कि तुसीं 200 बच्ची होर सी बुलाउणी। होस्टल उत्थे है, फ्री होस्टल, फ्री डाइट, फ्री एजुकेशन ते 200 बच्ची असी होर, क्योंकि 400 बच्ची करनी है, 400 मतलब 200 बच्ची असी होर वधा रहे। इसी तरह असी इंजीनियरिंग कॉलेज दे विच 30,000 रुपया बच्चे का वजीफा कर दिता। जिहड़ा बच्चे दाखल होणगे श्रोमणी गुरुद्वारा प्रबंधक कमेटी 30,000 की उन्होंने छोड़ दे। सो बहुत सारे असी एजुकेशन अदारियां दे विच भी इसी तरह कॉलेजां विच भी कीता, स्कूलों च भी कीता। जिहड़ी अमृतधारी बच्ची है, जिहड़ा बच्चा है अमृतधारी है, उन्हां वास्ते असी 30,000 रुपया 20,000 रुपया असी छूट कर दी है कि वो पढ़े सही, कितने वो मन से ये ना टेंशन हो कि मैं गुरसिख बच्ची है तो मेरा कोई मान नहीं किया। ये सारिया चीज़ां 400 सालों साहब श्री गुरु तेग बहादुर साहब जी ने मुख राजी की जाए। एक है कि साढ़े कोल बड़ी शॉर्टेज सी, असी लंघते जो श्री अकाल तख्त साहब में आने हैं, श्री अकाल तख्त साहब वाले पासे में जो आते थे हरमंदिर साहब वो रस्ता बड़ा छोटा सी। एक तो उन्होंने असी 40 फुट करने वास्ते प्लानिंग बनाई, दूजा सी क्योंकि जो सामने लगा साडा जोड़ा घर बनया सी, वो बड़ी प्रॉब्लम सी। तुसीं भी सारे रोज देखते हो उत्थे रश पैंदा सी, स्कूटर साइकिल खड़े हो जाते सी, बाजार च जाना लोगों को औखा हुंदा सीगा। वो सारी तकलीफ नूं देख के सारी एग्जैक्टिव ने फैसला किया सी कि जिहड़ी जगह साडे सामने है, भावें वो ठीक है गलियारा स्कीम के तहत बनाई सी, पर गलियारा स्कीम के तहत मैं एक गल कह देनी चाहनी है कि ये सारा जो हरमंदिर साहब के चौगिरदा कह लो या श्री अमृतसर साहब कह लो, ये गुरु रामदास की धरती है। धन गुरु रामदास की धरती जी है, वो कोई रोक नहीं सकता सानू। जिदे संगतां की आमद में कोई सुधार करना होवे, संगतां की रिहायश वास्ते सुधार करना होवे, संगतां की सहूलत वास्ते कोई जोड़े घर बनाने होण, गठड़ी घर बनाने होण, ਜਾਂ ਉਹਨਾਂ ਦੀ ਕੋਈ ਬੱਸ ਵਹੀਕਲ ਖੜੇ ਕਰਨੇ ਹੋਣ, ਸਾਡੀਆਂ ਵੱਡੀਆਂ ਪ੍ਰੋਬਲਮਸ ਨੇ। ਔਰ ਇੰਨੀ ਲੱਖਾਂ ਦੀ ਆਮਦ ਅੱਜ ਵੱਧ ਗਈ ਹੈ ਫਿਰ ਦੁਬਾਰਾ ਕੋਵਿਡ ਤੋਂ ਬਾਅਦ, ਉਹਨਾਂ ਨੂੰ ਸਾਂਭਣਾ ਹੀ ਸਾਡੇ ਵਾਸਤੇ ਬੜਾ ਔਖਾ ਹੁੰਦਾ ਹੈ, ਬੜੀ ਮੁਸ਼ਕਲ ਹੁੰਦੀ ਹੈ। ਔਰ ਪ੍ਰਬੰਧਕਾਂ ਨੂੰ ਲੋਕੀ ਕਮਰੇ ਵੀ ਮੰਗਦੇ, ਪ੍ਰਬੰਧਕਾਂ ਕੋਲੋਂ ਇਹ ਵੀ ਕਹਿੰਦੇ ਕਿ ਸਾਨੂੰ ਪਾਰਕਿੰਗ ਵੀ ਮਿਲੇ, ਪ੍ਰਬੰਧਕਾਂ ਕੋਲੋਂ ਹਰ ਚੀਜ਼ ਲੋਕਾਂ ਨੇ ਮੰਗਣੀ ਹੁੰਦੀ ਹੈ। सो प्रबंधकों ने ही फैसला करना होंगे कि किहड़ी चीज़ कित्थे बने, किहड़ी चीज़ किद्दां बनाइए तां जो साडा जिहड़ा वो सहूलत हो सके। ये संगतां दी सहूलत वास्ते है, कोई किसी निजी नहीं है। अज असीं एग्जैक्टिव वाले बैठे हैं, अगले साल कौन होएगा कोई इलम नहीं। इस करके जिहड़ा प्रबंधक होएगा वो समझो कि श्रोमणी गुरुद्वारा प्रबंधक कमेटी गुरु रामदास के घर की जां साडे गुरधामां दी गुरमत अदारियां दी एक कस्टोडियन के तौर पर काम करती है। चंगा माड़ा इन्हें देखना, सुधार इन्हें वेखने, इहदी ड्यूटी बनती है, क्योंकि असीं कौम नूं जवाब दिए, असीं कौम नूं हर मुश्किल का हल करने वास्ते साडी ड्यूटी लगी है। सो वो असीं बना रहे हैं। और मैनूं खुशी है कि जो असीं महापुरखों ने गल की कि सानूं जल्दी, क्योंकि असीं हो सकता जो असीं बनाउंदे कोई टेंडर करते टाइम लग जाता, फिर खुलने होंदे है, फिर बड़ियां प्रॉब्लम्स आंदियां। उहदे करके असीं बाबा जी नूं बेनती की बुला के, उन्होंने कहा तुसीं सानूं 6 महीने च कहा, असीं तुहानूं 3 महीने च बना के दिया। और सानूं खुशी है कि उन्होंने 2-4 दिनों च बना लिया। और उहदे च एक जिहड़ी गल आई जी आम तौर पर एक चर्चा बना देंगे, क्योंकि सोशल मीडिया जोड़ा है वो साढ़े वास्ते देखो एक तो वरदान भी होंगी, कई चीज़ा तो कई चीज़ा ऐसा होंगे कि बिना मतलब तो बिना वजह तो ऐसी चर्चा बना देंगी कि जिन्होंने लोगों के मन चाहता कि पता नहीं की वापर गया, पता नहीं की हो गया। हुण तुसीं आप सारे बैठे हो पत्रकार, ये दसो भी श्री अकाल तख्त साहब जां दरबार साहब के अंदर कोई गल है उहदे नाल संबंध? वो बाहर सी, गलियारा सी, जदों भी कोई खबर लाते हैं इको कह देंगे जी दरबार साहब के अंदर मलबा जो पट्टिया गया, कोई इतिहासक चीज़ां आ गई। तुसीं दसो किहड़े बंदे नूं पता कि वो की है? किसी को पता है? किसी को कुछ नहीं पता, किसी को कुछ नहीं पता भी की इतिहास है की नहीं है। वो इतिहास जानने वास्ते अपन तो इतिहास वह है कि नहीं है ये तो बाद की गल है। जे असी वो खोदिया विचों कोई 2 कमरे निकले है,
ਆਲਾ ਦੁਆਲਾ जो गलियारा बनाया सी 1984 ਦੇ ਵਿੱਚ ਜਦੋਂ ਇੱਥੇ ਬੰਬ ਬਲਾਸਟ ਹੋਏ, ਜਦੋਂ ਇਹ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ, ਉਸ ਵੇਲੇ ਦੀ ਸੈਂਟਰ ਸਰਕਾਰ ਨੇ ਅਕਵਾਇਰ ਕਰਕੇ ਜ਼ਮੀਨ ਉਹ ਸਾਰਾ गलियारा ਬਣਾਇਆ। ਪਹਿਲਾਂ ਆਪਾਂ ਸੋਚੀਏ ਤੁਸੀਂ ਸਾਡੇ ਤੁਹਾਡੀਆਂ ਅੱਖਾਂ ਸਾਹਮਣੇ ਸਭ ਕੁਝ ਹੋਇਆ। ਔਰ 84 ਦੇ ਵਿੱਚ ਉਹ ਜ਼ਮੀਨ ਉਹ ਥਾਂ ਜਿਹੜੀ ਸੀ ਲੋਕਾਂ ਦੇ ਘਰ ਖਰੀਦ ਕੇ ਥਾਵਾਂ ਖਰੀਦ ਕੇ ਜਾਂ ਜਿੰਨੇ ਕਮਰੇ ਬਣੇ ਸੀ ਉਹ ਖਰੀਦ ਕੇ ਅਕਵਾਇਰ ਕਰਕੇ ਸਰਕਾਰ ਨੇ गलियारा ਬਣਾਤਾ। ਹੁਣ ਉਹ गलियारा ਸਕੀਮ ਦੇ ਥੱਲੇ ਕੋਈ ਘਰ ਆ ਗਿਆ, ਕੋਈ ਕੀ ਆ ਗਿਆ, ਇਸ ਗੱਲ ਦਾ ਸਾਨੂੰ ਨਹੀਂ ਇਲਮ, ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਉਸ ਵੇਲੇ। ਜੇ ਕੋਈ ਇਤਿਹਾਸਕ ਗੱਲ ਸੀ ਉਹ ਸਰਕਾਰ ਦੀ ਜ਼ਿੰਮੇਵਾਰੀ ਸੀ ਸਾਂਭਣਾ। ਫਿਰ ਵੀ ਅਸੀਂ ਜੋ ਹੀ ਉਹਦੇ ਵਿੱਚੋਂ 2 ਕਮਰੇ ਦਿਸੇ ਉਸੇ ਵੇਲੇ ਅੱਜ ਕਿਉਂਕਿ ਅਸੀਂ ਬੁਲਾਈ ਸੀ ਟੀਮ, ਉਹ ਪਹੁੰਚ ਗਈ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਦੇਖੋ ਸਾਨੂੰ ਕੀ ਇਤਰਾਜ਼ ਹੈ, ਵਾਹਿਗੁਰੂ ਕਿਰਪਾ ਕਰੇ ਜੇ ਕੋਈ ਚੀਜ਼ ਨਿਕਲ ਆਵੇ, ਜੇ ਕੋਈ ਕਿਸੇ ਦੀ ਦੇਖੋ ਰਿਹਾਇਸ਼ ਤੇ ਸਾਡੇ ਪੜਦਾਦੇ ਦੀ ਸੀ, ਸਾਡੇ ਦਾਦਿਆਂ ਨੇ ਢਾਤੀ, ਦਾਦਿਆਂ ਵਾਲਾ ਘਰ ਚ ਸਾਡੇ ਬਾਪੂ ਨੇ ਢਾਤਾ, ਬਾਪੂ ਦਾ ਘਰ ਅਸੀਂ ਢਾਹ ਕੇ ਬਣਾ ਲਏ। ਇਹ ਘਰ ਜਿਹੜੇ ਹੁੰਦੇ ਆ ਇਹ ਤੇ ਸਾਡੇ ਦਾਦੇ ਪੜਦਾਦੇ ਦੇ ਅਸੀਂ ਸਾਰੇ ਢਾਹ ਕੇ ਬਣਾਉਂਦੇ ਸੀ। ਕਿਸੇ ਦੇ ਘਰ ਨੂੰ ਨਹੀਂ ਅਸੀਂ ਦੇਖਣਾ, ਅਸੀਂ ਤੇ ਕੋਈ ਇਤਿਹਾਸ ਨਾਲ ਸੰਬੰਧਿਤ ਗੱਲ ਵੇਖਣੀ। ਜੇ ਇਤਿਹਾਸ ਨਾਲ ਸੰਬੰਧਿਤ ਹੋਵੇ ਸਾਡੀ ਖੁਸ਼ਨਸੀਬੀ ਹੋਏਗੀ ਕਿ ਅਸੀਂ ਉਹਨੂੰ ਪ੍ਰੀਜ਼ਰਵ ਕਰੀਏ। ਸਾਡੀ ਬੜੀ ਮਾਣ ਵਾਲੀ ਗੱਲ ਹੋਏਗੀ ਕਿ ਦੱਬੀ ਚੀਜ਼ ਨੂੰ ਅਸੀਂ ਧਰਤੀ ਚੋਂ ਕੱਢ ਕੇ ਉਹਨੂੰ ਸੰਭਾਲ ਕਰੀਏ। ਇਹ ਸਾਡੀ ਜ਼ਿੰਮੇਵਾਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਵੀ ਅਸੀਂ ਕਾਰਜ ਕਰਨ ਲੱਗਦੇ ਹਾਂ ਤੇ ਬਿਨਾਂ ਮਤਲਬ ਤੋਂ ਆ ਕੇ ਅੜਚਣਾ ਪੌੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਨੂੰ ਰੋਕਣ ਵਾਲੀ ਗੱਲ ਹੁੰਦੀ ਹੈ। ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਬਿਨਾਂ ਵਜ੍ਹਾ ਤੋਂ ਨਾ ਤੇ ਸੋਸ਼ਲ ਮੀਡੀਆ ਵਾਲੇ ਵੀ ਜਦੋਂ ਗੱਲ ਕਰਦੇ ਹੁੰਦੇ ਹੋ ਕਿਰਪਾ ਕਰਕੇ ਇਸੇ ਕਰਕੇ ਲੋਕਾਂ ਦਾ ਸੋਸ਼ਲ ਮੀਡੀਆ ਤੋਂ ਜਿਹੜਾ ਯਕੀਨ ਆ ਉਹ ਨਿਕਲਦਾ ਜਾ ਰਿਹਾ ਹੈ ਕਿ ਇੰਨਾ ਝੂਠ ਇੰਨਾ ਕੁਬਰ ਫਿਰ ਇਹ ਮਾਰਨਗੇ ਜਿੱਦਾਂ ਲੋਕੀ ਬਾਹਰੋਂ ਅਮਰੀਕਾ ਤੋਂ ਟੈਲੀਫੋਨ, ਕਿਉਂਕਿ ਤੁਹਾਡੇ ਮਨ 'ਚ ਹੁੰਦਾ ਕਿ ਸਾਡੀ ਜ਼ਿਆਦਾ ਵਿਊਅਰ ਬਣ, ਸਾਡੇ ਲੋਕੀ ਸੁਣਨ, ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਪਰ ਮੈਂ ਧੰਨਵਾਦ ਕਰਦੀ ਹਾਂ ਮੀਡੀਆ ਵਾਲਿਆਂ ਦਾ, ਉਹਨਾਂ ਨੇ ਜਿੰਨੀ ਵੀ ਗੱਲ ਲਿਖੀ ਹੈ ਬੜੀ ਥਾਂਟਿਕ ਲਿਖੀ ਹੈ ਔਰ ਵਧੀਆ ਢੰਗ ਨਾਲ, ਭਾਵੇਂ ਉਹ ਪ੍ਰਿੰਟ ਮੀਡੀਆ ਸੀ ਭਾਵੇਂ ਕੋਈ ਚੈਨਲ ਸੀਗਾ, ਉਹਨਾਂ ਨੇ ਸੋਹਣੇ ਢੰਗ ਨਾਲ ਦਿੱਤੀ ਕਿ ਸ਼੍ਰੋਮਣੀ ਕਮੇਟੀ ਉੱਥੇ ਪੱਟਣ ਲੱਗੇ, ਵਿੱਚੋਂ ਇੱਕ ਕਰਜ਼ੇ ਦੀ ਕੋਈ ਦਿਸਿਆ, ਉਹਨਾਂ ਨੇ ਉੱਥੇ ਰੋਕ ਦਿੱਤਾ ਔਰ ਉਹਨੂੰ ਸਰਵੇ ਕਰਨ ਵਾਸਤੇ ਪਰਖ ਕਰਨ ਵਾਸਤੇ ਟੀਮਾਂ ਮੰਗਾਈਆਂ। ਇਹ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਬੜੀ ਵਧੀਆ ਲੋਕਾਂ ਦੇ ਵਿੱਚ ਇਸ ਗੱਲ ਨੂੰ ਜਦੋਂ ਗੱਲ ਕੀਤੀ ਹੈ ਤਾਂ ਲੋਕਾਂ ਦੀ ਸੰਤੁਸ਼ਟੀ ਹੋ ਗਈ ਕਿ ਵਾਕਿਆ ਗੱਲ ਸਹੀ ਹੈ। ਸੋ ਮੇਰੀ ਬੇਨਤੀ ਹੈ ਕਿ ਜਿਹੜੇ ਬਿਨਾਂ ਮਤਲਬ ਤੋਂ ਲੈ ਕੇ ਮੋਬਾਈਲ ਲੈ ਕੇ ਕੋਈ ਉਧਰੋਂ ਲੱਗ ਪੈਂਦੇ ਆ, ਇਹਨੂੰ ਥੋੜਾ ਗੁਰੇਜ਼ ਕਰਨਾ ਚਾਹੀਦਾ। ਧਿਆਨ ਨਾਲ ਲਿਖੋ। ਮੈਂ ਤੁਹਾਡੀ ਧੰਨਵਾਦ ਵੀ ਕਰਦੀ ਹਾਂ, ਤੁਸੀਂ ਗੱਲ ਵੀ ਸੋਹਣੀ ਪਹੁੰਚਾਈ ਹੈ, ਲੋਕਾਂ 'ਚ ਚੰਗੀ ਗੱਲ ਪਹੁੰਚਾਈ ਹੈ, ਲੋਕਾਂ ਨੂੰ ਦੱਸਿਆ ਵੀ ਹੈ ਕਿ ਜਿਹੜੀ ਇਤਿਹਾਸ ਦੀ ਗੱਲ ਆਏਗੀ ਉਹ ਠੀਕ ਹੈ ਪ੍ਰੀਜ਼ਰਵ ਕਰਾਂਗੇ ਅਸੀਂ, ਸਾਨੂੰ ਤਾਂ ਤਕਲੀਫ ਕਰਦੀ ਹੈ, ਸਾਡੇ ਲਈ ਤਾਂ ਵਰਤੇ ਜਾਣਗੇ, ਸੋ ਉਹ ਚੀਜ਼ ਵਰਤੀ ਜਾਏਗੀ। ਸੋ ਇਸ ਕਰਕੇ ਇੱਕ ਤੇ ਉਹ ਹੈ। ਦੂਜੀ ਗੱਲ ਕਿ ਬਹੁਤ ਜਲਦੀ ਕਿਉਂਕਿ ਸੰਗਤ ਦੀ ਬਹੁਤ ਵੱਡੀ ਆਮਦ ਹੋ ਰਹੀ ਹੈ, ਬੜੀ ਸਾਡੀ ਪਰੇਸ਼ਾਨੀ ਹੈ। ਸਾਨੂੰ ਅੱਜ ਸਰਾਵਾਂ ਰੈਨੋਵੇਸ਼ਨ ਕਰਨ ਵਾਸਤੇ ਵੀ ਅਸੀਂ 4-5 ਕਰੋੜ ਦੀ ਅੱਜ ਅਸੀਂ ਪਾਸ ਕੀਤਾ ਕਿ ਜਿਹੜੀਆਂ ਸਾਡੀਆਂ ਸਰਾਵਾਂ ਨੇ ਗੁਰੂ ਹਰਗੋਬਿੰਦ ਨਿਵਾਸ, ਮਾਤਾ ਗੰਗਾ ਨਿਵਾਸ, ਗੁਰੂ ਅਰਜਨ ਦੇਵ ਜੀ ਨਿਵਾਸ, ਇਹ ਸਾਰੀਆਂ ਸਰਾਵਾਂ 'ਚ ਜਾਂ NRI ਸਰਾਂ ਜਾਂ ਜਿਹੜੀਆਂ ਬਾਬਾ ਦੀਪ ਸਿੰਘ ਜੀ ਜਿੰਨੀਆਂ ਸਰਾਵਾਂ ਨੇ, ਜਿੰਨਾ 'ਚ 4 ਕਰੋੜ ਲੱਗੇ 5 ਕਰੋੜ ਲੱਗੇ, ਇਹਨੂੰ ਜਲਦੀ ਰੈਨੋਵੇਸ਼ਨ ਕਰਾਈ ਜਾਵੇ ਤਾਂ ਜੋ ਜਿਹੜਾ ਵੀ ਆਵੇ ਉਹ ਚੰਗੇ ਢੰਗ ਨਾਲ ਰਹਿ ਸਕੇ, ਉਹਨਾਂ ਨੂੰ ਸਹੂਲਤ ਮਿਲ ਸਕੇ। ਧੰਨ ਗੁਰੂ ਰਾਮਦਾਸ ਦੀ ਸਰਾਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਬਣੀ ਔਰ ਉਹ ਤਕਰੀਬਨ ਉੱਥੇ ਡਿੱਗਣ ਤੇ ਆ ਗਈ, ਅਨਸੇਫ ਡਿਕਲੇਅਰ ਹੋ ਗਈ, ਉੱਥੇ ਕੋਈ ਰਹਿ ਕੇ ਰਾਜੀ ਨਹੀਂ, ਉੱਥੇ ਕੋਈ ਸਹੂਲਤ ਨਹੀਂ। ਸੋ ਉਹ ਚੀਜ਼ਾਂ ਨੂੰ ਵੀ ਮੁੱਖ ਰੱਖ ਕੇ ਕਿ ਜਿਹੜੀ ਚੀਜ਼ ਸਾਡੀ ਜਿਸ ਦਾ ਦਿੱਖ ਹੈ ਐਂਟਰੈਂਸ ਵੇਲੇ ਸਾਡੀ ਉਹ ਬੜੀ ਪਿਆਰੀ ਦਿੱਖ ਹੈ ਪੁਰਾਣੀ, ਅਸੀਂ ਵੀ ਚਾਹੁੰਦੇ ਕਿ ਉਹਨੂੰ ਇਸੇ ਤਰ੍ਹਾਂ ਸੋਹਣੀ ਰੱਖੀ ਜਾਵੇ ਕਿ ਵਧੀਆ ਇੱਕ ਤਾਂ ਪੁਰਾਣਾ ਡਿਜ਼ਾਈਨ ਦਿਸਦਾ ਸਾਨੂੰ, ਇੱਕ ਉਹਨੂੰ ਅਸੀਂ ਕਹਿ ਸਕੀਏ ਵੀ ਦੇਖੋ ਪਹਿਲਾਂ ਇੰਨੀ ਸੋਹਣੀ ਬਣੀ ਸੀ ਉਸੇ ਚੱਲਦੀ ਰਹੇ। ਲੇਕਿਨ ਪਿਛਲੇ ਕਮਰੇ ਜਿਹੜੇ ਹੈ ਉਹ ਵਰਤੋਂਯੋਗ ਨਹੀਂ ਨੇ। ਹੁਣ ਜੇ ਅਸੀਂ ਉਹਨੂੰ ਕਮਰਿਆਂ ਨੂੰ ਇਸੇ ਤਰ੍ਹਾਂ ਰੱਖਦੇ ਹਾਂ ਤੇ ਸਾਡਾ ਬਹੁਤ ਸਾਰੀ ਜਗ੍ਹਾ ਜਿਹੜੀ ਹੈ ਉਹ ਆਕੂਪਾਈ ਤੇ ਹੈ, ਲੇਕਿਨ ਉਹਦਾ ਰਿਜ਼ਲਟ ਕੋਈ ਨਹੀਂ। ਉਹਨੂੰ ਅਸੀਂ ਨਾ ਕਿਸੇ ਨੂੰ ਕੋਈ ਦੇ ਸਕਦੇ ਹਾਂ, ਨਾ ਉੱਥੇ ਕੋਈ ਰਹਿ ਸਕਦਾ, ਨਾ ਕੋਈ ਰਹਿਣ ਨੂੰ ਤਿਆਰ ਹੈ। ਸੋ ਸਾਡੇ ਵਾਸਤੇ ਜੇ ਅਸੀਂ ਬਾਬਾ ਦੀਪ ਸਿੰਘ ਸ਼ਹੀਦ ਵਾਸਤੇ ਵੀ ਕਿਸੇ ਨੂੰ ਕਮਰੇ ਕਹਿੰਦੇ ਨਾ, ਉੱਥੇ ਜਾਣ ਨੂੰ ਤਿਆਰ ਨਹੀਂ ਹੁੰਦੇ ਲੋਕ। ਸੰਗਤ ਕਹਿੰਦੀ ਰਹਿਣਾ ਇੱਥੇ ਹੈ, ਰਹਿਣਾ ਬੁੱਕਲ 'ਚ ਹੈ, ਬਾਬਾ ਜੀ ਦੇ ਗੁਰੂ ਰਾਮਦਾਸ ਦੀ ਬੁੱਕਲ 'ਚ ਹੀ ਰਹਿਣਾ, ਸਵੇਰੇ ਅੰਮ੍ਰਿਤ ਵੇਲੇ ਦਰਸ਼ਨ ਕਰਨੇ ਹੈ, ਅਸੀਂ ਜਾਣਾ। ਸੋ ਇਹ ਵੀ ਅੱਜ ਪਲਾਨਿੰਗ ਕੀਤੀ ਹੈ ਕਿ ਜਿਹੜੀ ਪਿੱਛੋਂ ਦੀ ਆ ਕੇ ਥੱਲੇ ਬੇਸਮੈਂਟ ਬਣਾ ਕੇ ਬਕਾਇਦਾ ਉਹ 6 ਮੰਜ਼ਲੀ ਜਿਹੜੀ 800 ਕਮਰਾ ਬਣਦਾ, ਸਾਡੇ ਵਾਸਤੇ ਬੜਾ ਸੌਖਾ ਹੋਏਗਾ ਕਿ 200 ਕਮਰੇ ਹਰਿਆਣੇ ਨਹੀਂ ਰੱਖ ਲਈਏ, 200 ਕਮਰੇ ਦਿੱਲੀ ਨਹੀਂ ਰੱਖ ਲਈਏ, 200 ਕਮਰੇ ਅਦਰ ਸਟੇਟਸ ਰੱਖ ਲਈਏ। ਸਾਨੂੰ ਇੰਨਾ ਫਾਇਦਾ ਹੋ ਜਾਏਗਾ ਕਿ ਸਾਡੇ ਕੋਲ ਮੁਸ਼ਕਲ ਜਿਹੜੀ ਅੱਜ ਬੜੀ ਬਣੀ ਹੈ ਉਹ ਸਾਡੀ ਸੰਗਤ ਨਾਲ ਲੜਦੇ ਹੈ, ਸਾਨੂੰ ਬਹੁਤ ਪਰੇਸ਼ਾਨ ਕਰਦੇ ਹੈ। ਉਹ ਵੀ ਸੱਚੇ ਹੈ, ਜਦੋਂ ਪਰਿਵਾਰ ਲੈ ਕੇ ਆਉਂਦੇ ਆ ਅਗਲੇ ਕਹਿੰਦੇ ਅਸੀਂ ਗੁਰੂ ਘਰ ਚੱਲੇ ਹੈ ਤੇ ਕਮਰਾ ਨਾ ਹੋਇਆ। ਸੋ ਜਿਹੜੀ ਕੋਈ ਉੱਥੇ ਯਾਦਗਾਰ ਜਿਸ ਤਰ੍ਹਾਂ ਉੱਥੇ ਕੋਈ ਸ਼ਹੀਦ ਹੋਏ ਹੈ, ਗੁਰੂ ਰਾਮਦਾਸ 84 ਵਿੱਚ ਸ਼ਹੀਦ ਵੀ ਹੋਏ ਹੈ,
ਅਸੀਂ ਉਹਨਾਂ ਦੀਆਂ ਬਕਾਇਦਾ ਫੋਟੋਆਂ ਜਾਂ ਉੱਥੇ ਬਣਾ ਕੇ ਕਮਰੇ ਦੇ ਵਿੱਚ ਉਹਨਾਂ ਰੱਖਾਂਗੇ ਕਿ ਇੱਥੇ ਆ ਸਾਡੀਆਂ ਸ਼ਖਸੀਅਤਾਂ ਜਿਹੜੀਆਂ ਸਨ ਉਹ ਸ਼ਹੀਦ ਹੋਈਆਂ ਸਨ। ਸੋ ਉਹ ਚੀਜ਼ਾਂ ਸੰਭਾਲਣ ਵਾਲੀਆਂ ਹੁੰਦੀਆਂ। ਕੁਝ ਚੀਜ਼ਾਂ ਨੂੰ ਬਿਨਾਂ ਮਤਲਬ ਤੋਂ ਵੀ ਆਪਾਂ ਕਹੀ ਗਈ ਹੈ, ਕਈ ਕਹਿਣਗੇ ਜੀ ਉਹ ਬਣਾ ਕੇ ਦੇਖਣ ਮੁੜ ਕੇ ਦੱਸੋ ਸ਼੍ਰੋਮਣੀ ਕਮੇਟੀ ਗੁਰੂ ਰਾਮਦਾਸ ਦਾ ਘਰ ਅਸੀਂ ਉਹਨੂੰ ਬਣਾਈਏ ਨਾ ਤਾਂ ਕਿੱਥੋਂ ਦੇਵਾਂਗੇ ਸਲਾਮਾਂ, ਕਿੱਥੋਂ ਕਰਾਂਗੇ ਲੋਕਾਂ ਦੀ ਆਮਦ ਦੀ ਅਸੀਂ ਪੂਰਤੀ ਕਿੱਦਾਂ ਕਰਾਂਗੇ। ਸੋ ਇਹ ਚੀਜ਼ਾਂ ਜਿਹੜੀਆਂ ਅੱਜ ਬੜੀਆਂ ਵਿਚਾਰ ਕੀਤੀਆਂ ਗਈਆਂ। ਆਉਣ ਵਾਲੇ ਸਮੇਂ 'ਚ ਐਜੂਕੇਸ਼ਨਲ ਅਦਾਰੇ, ਧਰਮ ਦੇ ਪ੍ਰਚਾਰ ਦੇ ਕੇਂਦਰ ਹੋਰ ਮਜ਼ਬੂਤੀ ਕੀਤੇ ਜਾਣ। ਇਹ ਸਾਰੀਆਂ ਗੱਲਾਂ ਦੀਆਂ ਅੱਜ ਬੜੀਆਂ ਵਿਚਾਰਾਂ ਨੇ। ਵੀ ਜਿਹੜੀ ਟੀਮ ਅੱਜ ਆਈ ਸੀ ਜੀ ਉਹਨੂੰ ਫਿਲਹਾਲ ਜੀ ਮੇਰੇ ਨਾਲ ਗੱਲ ਨਹੀਂ ਹੋਈ। ਮੈਨੇਜਰ ਸਾਹਿਬ ਨੇ ਕਿਹਾ ਸੀਗਾ ਕਿ ਉਹ ਦੇਖ ਲਿਆ ਉਹਨਾਂ ਨੇ ਤੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਹਾਡੇ ਕੋਲ ਸਾਰਾ ਰਿਕਾਰਡ ਡਿਪਟੀ ਕਮਿਸ਼ਨਰ ਕੋਲ ਔਰ ਡਿਪਟੀ ਕਮਿਸ਼ਨਰ ਕੋਲੋਂ ਸਾਰਾ ਰਿਕਾਰਡ ਲੈ ਲਿਆ ਜਾਵੇ ਕਿ ਇਹ ਕਿਹੜੇ ਘਰ ਸੀ ਅਕਵਾਇਰ ਕੀਤੇ ਔਰ ਉਹਨਾਂ ਦਾ ਕੀ ਕੋਈ ਹੈ ਇਤਿਹਾਸਕ ਗੱਲ। ਇਹ ਉਹਨਾਂ ਤੇ ਛੱਡ ਦਿੱਤੀ ਅਸੀਂ, ਕਿਉਂਕਿ ਅਸੀਂ ਕੁਝ ਕਵਾਂਗੇ ਤੇ ਸ਼ਾਇਦ ਸਾਨੂੰ ਪੂਰਾ ਨਾ ਵੇਰਵਾ ਪਤਾ ਹੋਵੇ। ਲੇਕਿਨ ਡਿਪਟੀ ਕਮਿਸ਼ਨਰ ਨੇ ਜਿਹੜੀ ਸਰਕਾਰੀ ਤੌਰ ਦੇ ਉੱਤੇ ਜਿਹੜੀਆਂ ਬਿਲਡਿੰਗਾਂ ਅਕਵਾਇਰ ਕੀਤੀਆਂ ਨੇ ਉਹ ਬਿਲਡਿੰਗਾਂ ਦਾ ਵੇਰਵਾ ਡਿਪਟੀ ਕਮਿਸ਼ਨਰ ਸਾਹਿਬ ਕੋਲ। ਕਿਉਂਕਿ ਇੱਕ 5 ਸਾਲ ਪਹਿਲੋਂ ਮਾਤਾ ਭਾਗਪੁਰ ਨਿਵਾਸ ਦੇ ਨਾਲ ਜਿਹੜੀ ਹਸਲੀ ਜਾਂਦੀ ਹੈ ਕਿ ਕਾਰ ਪਾਰਕਿੰਗ ਦਾ ਇੱਕ ਪ੍ਰੋਜੈਕਟ ਲਗਾਇਆ ਗਿਆ ਸੀ, ਅੱਜ ਵੀ ਚੱਲੇ ਛੱਡ ਦਿੱਤਾ। ਪਾਰਕਿੰਗ ਜਿਹੜੀ ਆ ਅਤੇ ਪ੍ਰਾਈਵੇਟ ਜਿਹੜੀ ਹੈ ਸੰਗਤ ਨੂੰ ਕਾਰ ਪਾਰਕਿੰਗ ਕਰਨੀ ਪੈਂਦੀ ਹੈ। ਕਾਰ ਪਾਰਕਿੰਗ ਕਦੋਂ ਮਿਲੇਗੀ ਸੰਗਤ? ਪਤਾ ਕਰਾ ਲੈਂਦੇ ਜੀ, ਮੇਰੇ ਦਿਮਾਗ 'ਚ ਨਹੀਂ। ਮੈਨੂੰ ਪਤਾ ਹੈ ਤੁਹਾਡੇ ਬਡੂੰਗਰ ਸਾਹਿਬ ਨੇ ਰੱਖਿਆ ਸੀ ਜੀ। ਅੱਛਾ ਅਜੀ ਪਹਿਲੀ ਡੈਲੀ ਚਲ ਸੌਰੀ, ਪਤਾ ਕਰ ਲੈਂਦੀ ਜੀ, ਮੈਨੂੰ ਗਿਆਨ ਨਹੀਂ ਇਸ ਦਾ। 4 ਦੁਆਰੀ ਹੋ ਗਈ ਹੈ, ਬਾਕੀ ਉਹ ਅੱਜ ਨਹੀਂ ਇੱਕ ਤੇ ਅੱਜ ਆਇਆ ਸੀਗਾ ਕਿ ਉਹ ਮੈਨੂੰ ਪਤਾ ਨਹੀਂ ਕਿਹੜੀ ਜਗ੍ਹਾ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਕਿਹਾ ਕਿ ਉਹਨੂੰ ਗੱਡੀਆਂ ਖੜੀਆਂ ਕਰਨ ਵਾਸਤੇ ਉੱਪਰ ਟੀਨਾ ਪਾ ਕੇ ਤੇ ਉਹਨੂੰ ਬਣਾ ਦਿੱਤਾ ਜਾਵੇ। ਉਹ ਮੇਰੇ ਕੋਲ ਉਹੀ ਹੋਣਾ ਮਾਤਾ ਭਾਗਪੁਰ ਇਹ ਅਸੀਂ ਕਿਹਾ ਕਿ ਉਹਦੇ ਤੇ ਟੀਨਾ ਪਾ ਕੇ ਸ਼ੈੱਡ ਬਣਾ ਦਿੱਤੀ ਜਾਵੇ। ਫਿਰ ਮੇਰੇ ਦਿਮਾਗ 'ਚ ਨਹੀਂ ਹੈ, ਤੁਸੀਂ ਦੱਸ ਦਿਓ, ਅਸੀਂ ਦੇਖ ਲੈਂਦੇ। ਸਾਡੇ ਪਹਿਲੇ ਲੰਗਰ ਦਾ ਸ਼ੈੱਡ ਹੈਗਾ। ਮੈਨੂੰ ਪਤਾ ਮਾਤਾ ਭਾਗ ਨਿਵਾਸ ਬਣਾਇਆ ਸੀ। ਮੈਂ ਹੋਰ ਕਰ ਰਿਹਾ ਮਾਤਾ ਭਾਗਪੁਰ ਨਿਵਾਸ ਤੋਂ ਹਰਿਮੰਦਰ ਸਾਹਿਬ ਨੂੰ ਆਉਂਦੇ ਜੀ ਸਾਹਮਣੇ ਨਾਲ ਹੰਸਦੀਆਂ ਦੀ ਜਗ੍ਹਾ ਕਾਫੀ ਚੌੜੀ ਹੈ। ਉੱਥੇ ਘੱਟੋ ਘੱਟ 500 ਉਹ ਲਾ ਲਾਂਗੇ ਸ਼ੈੱਡ ਬਣਾ ਲੰਗਰ ਦੇ ਸ਼ੈੱਡ ਬਣਾਉਣੇ ਆ, ਲੰਗਰ ਵਾਸਤੇ ਤਿਆਰ ਕਰ ਲੈਣੇ। ਚਲੋ ਜੇ ਕੋਈ ਵੀ ਹੈ, ਜੇ ਗੱਡੀਆਂ ਦਾ ਵੀ ਕੋਈ ਬੰਦਾ ਹੋਵੇ ਲੋਕ ਜੀ ਉਸ ਸਮੇਂ ਦੇ ਪ੍ਰਧਾਨ ਨੇ ਤੇ ਉਹ ਕਾਰ ਪਾਰਕਿੰਗ ਦੇ ਲਈ ਰੱਖਿਆ ਸੀ। ਉਹ ਜਦੋਂ ਤੁਰ ਕੇ ਵੀ ਕਦੋਂ ਆਉਂਦੇ ਲੋਕੀ, ਐਡੀ ਤੋਂ ਤੁਰ ਕੇ ਨਹੀਂ ਆਉਂਦੇ। ਅੱਜ ਸ਼ੁਕਰ ਹੈ ਕਿ ਸਾਡੀ ਪਾਰਕਿੰਗ ਬਣੀ ਉੱਥੇ ਖੜੇ ਕਰਕੇ ਉੱਥੇ ਪਾਰਕਿੰਗ ਕਰਦੇ ਬਹੁਤ ਲੋਕ ਤੁਹਾਡੇ ਪਹਿਲੇ ਡੈਲੀ ਚਲੋ ਸਾਨੂੰ ਚੰਗਾ ਕੀਤਾ, ਧੰਨਵਾਦ। ਤੂੰ ਯਾਦ ਕਰਾਤਾ, ਲਿਖ ਕੇ ਦੇ ਦਿਓ ਕਿਹੜੀ ਚੀਜ਼ ਹੈ, ਮੈਂ ਦੇਖ ਲੈਂਦੀ ਪਤਾ ਕਰ। ਸਾਡੇ ਪਹਿਲੇ ਡੈਲੀ ਵਿੱਚ ਜਿਹੜੀ ਹੈ ਆਪਣੀ ਜਗ੍ਹਾ ਹੈਗੀ ਆ ਅਕਾਲੀ ਬਾਗ ਜਿਹੜਾ ਹੈਗਾ ਉੱਥੇ ਵੀ ਉਹਨੇ ਮਤਾ ਅਜੇ ਵੀ 4 ਟਾਵਰਾਂ ਦਾ ਪਤਾ ਹੋਇਆ ਗਿਆ। ਤੁਹਾਨੂੰ ਮੈਂ ਸੱਚੀ ਦੱਸ ਦਿੰਦੀ ਹੈ। ਇਸ ਕਰਕੇ ਅਸੀਂ ਪਹਿਲਾਂ ਚਾਹੁੰਦੇ ਹਾਂ ਕਿ ਇਹ ਬਣਾ ਲਈਏ, ਇੱਥੋਂ ਸੰਗਤ ਜਿਹੜੀ ਹੈ ਸੌਖੀ। ਇੱਕ ਤੇ ਸਾਡੇ ਰਾਹ ਜਿਹੜਾ ਸਾਰੀਆਂ ਗੱਡੀਆਂ ਖੜੀਆਂ ਹੋ ਜਾਂਦੀਆਂ। ਸਾਡੇ ਦਿਮਾਗ 'ਚ ਹੈ ਕਿ ਇਹ ਗੱਡੀਆਂ ਦੀ ਅਸੀਂ ਕਿੱਦਾਂ ਬੰਦ ਕਰੀਏ। ਜੇ ਅਸੀਂ ਉਹਨੂੰ ਖੜੀਆਂ ਕਰਨ ਵਾਸਤੇ ਕੋਈ ਥਾਂ ਬਣਾਵਾਂਗੇ ਤਾਂ ਹੀ ਗੱਡੀਆਂ ਇੱਥੋਂ ਇੱਧਰ ਜਾਣਗੀਆਂ। ਸਾਡੇ ਮੁਲਾਜ਼ਮਾਂ ਦੀਆਂ ਗੱਡੀਆਂ, ਸਾਡੀਆਂ ਗੱਡੀਆਂ, ਸੰਗਤਾਂ ਦੀਆਂ ਗੱਡੀਆਂ, ਬੇਸਮੈਂਟ ਬਣੇਗੀ, ਉਹ 'ਚ ਗੱਡੀਆਂ ਆ ਜਾਣਗੀਆਂ। ਸੋ ਉਹ ਵੀ ਬਣਾਉਣ ਵਾਸਤੇ ਸਾਡੀ ਪਲੈਨਿੰਗ ਹੈ। ਔਰ ਮੈਂ ਤਾਂ ਇਹ ਵੀ ਚਾਹੁੰਦੀ ਹਾਂ ਉੱਥੇ ਪਾਰਕਿੰਗ ਵੀ ਜਿੱਦਾਂ ਨਾ ਵੀ ਬੂਟੇ ਵਗੈਰੇ ਲਾ ਕੇ ਜਿੱਦਾਂ ਕਾਲੀ ਬਾਗ ਕਹਿੰਦੇ ਉਹਨੂੰ, ਉਹ ਸ਼ੇਪ ਜਿਹੜੀ ਤਿਆਰ ਕੀਤੀ ਜਾਵੇ। ਉਹਦੇ 'ਚ ਬਣਾਵਾਂਗੇ ਅਸੀਂ ਸਿੰਘ ਸਾਹਿਬਾਨਾਂ ਦੇ ਵੀ ਅਸੀਂ ਕੁਆਟਰ ਬਣਾ ਰਹੇ ਹਾਂ ਵੱਖਰੇ ਕਰਕੇ। ਉਹ ਅਸੀਂ 15 ਤਕਰੀਬਨ ਬਣਾਉਣ ਵਾਸਤੇ ਅਸੀਂ ਪਲੈਨਿੰਗ ਬਣਾ ਲਈ ਹੈ ਕਿ 15 ਜਿਹੜੇ ਘਰ ਹੈ ਉਹ ਸਿੰਘ ਸਾਹਿਬਾਨਾਂ ਲਈ ਬਣਾਏ ਜਾਣ, ਤਾਂ ਜੋ ਉਹ ਇੱਜ਼ਤ ਮਾਣ ਨਾਲ ਬਾਹਰ ਸਾਹਮਣੇ ਅਸੀਂ ਜਿਹੜੀ ਬਿਲਡਿੰਗ ਹੈ ਉਹ ਖਾਲੀ ਕਰਾ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਾਂ ਇਸ ਤਰ੍ਹਾਂ ਦੀ ਲਾਇਬ੍ਰੇਰੀ ਬਣਾ ਕੇ ਤੇ ਉਹਨੂੰ ਸੋਹਣੀ ਦਿਖਦੀ। ਸਾਰੇ ਟਾਈਮ ਦੇ ਇਹ ਮਤਾ ਹੋਇਆ ਸੀਗਾ, ਮਤੇ ਹੈਗੇ ਨੇ ਪਰ ਉੱਥੋਂ ਉਹ ਇੰਪਲੀਮੈਂਟੇਸ਼ਨ ਨਹੀਂ ਹੋਈ। ਚਲੋ ਕਈ ਵਾਰੀ ਪਿੱਛੇ ਹੋ ਰਹਿ ਗਏ ਆ, ਸਜ਼ਾ ਨਾ ਬਹੁਤੀ ਦਿਆ ਕਰੋ ਪਿਛਲੀਆਂ ਗੱਲਾਂ ਦੀ। ਹੁਣ ਬਾਬਾ ਨਵੀਆਂ ਦੇ ਯਾਦ ਕਰਾਂ ਇਸ ਕਰਾਂ ਕਿ ਤੁਹਾਡੀ ਉਹ ਚੀਜ਼ਾਂ ਬਣਨੀਆਂ ਗੁਰਦੁਆਰਾ ਚੋਣ ਕਮਿਸ਼ਨਰ ਨੇ ਅਹੁਦਾ ਸੰਭਾਲਿਆ ਜੀ ਤੇ ਸੰਭਾਵਨਾ ਜਤਾਈ ਜਾ ਰਹੀ ਆ ਕਿ ਇਲੈਕਸ਼ਨ ਜਲਦੀ ਹੋਏਗੀ ਸ਼੍ਰੋਮਣੀ ਕਮੇਟੀ ਦੀ। ਜਲਦੀ ਹੋਵੇ ਜੀ, ਜਦੋਂ ਮਰਜ਼ੀ ਵੀ ਰੈਡੀ। ਕਿਉਂਕਿ ਜੀ ਇੱਕ ਤੁਸੀਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਜੰਗ 'ਚ ਸਦਾ ਹੀ ਰੈਡੀ ਰਹਿੰਦਾ ਹੈ। ਕਿਉਂਕਿ ਜੀ ਇੱਕ 84 ਦੇ ਪਾਵਨ ਸਰੂਪ ਜਿਹੜੇ ਸੀ ਉਹ ਦਰਸ਼ਨ ਕਰਾਉਣ ਦੇ ਲਈ ਜਾਂ ਪਤਰੇ ਸੀ ਉਹ ਦਰਸ਼ਨ ਕਰਾਉਣ ਦੇ ਲਈ ਕਦੋਂ ਤੱਕ ਪ੍ਰੋਜੈਕਟ ਤਿਆਰ ਹੋਏਗਾ? ਉਹ ਬਸ ਲੱਗੇ ਆ, ਮੈਂ ਕਿਹਾ ਬਾਰਸ਼ੀ ਨਾ ਮਿਲੇ ਉਹ ਵੀ ਖੂਦਰ ਕਰਨ ਲੱਗੇ ਆ, ਉਹ ਵੀ ਲੱਗੇ ਹੋਏ। ਦੇਖੋ ਸਾਰੀਆਂ ਫਿਰ ਮੇਰੀ ਗੱਲਾਂ ਸਾਰੀਆਂ ਆਣੀਆਂ ਨਹੀਂ। ਕੋਈ ਅਗਲੀ ਗੱਲ ਵੀ ਲੈਣ ਦਿਆ ਕਰ, ਤੂੰ ਕੱਲ ਨੂੰ ਵੀ ਆਉਣਾ ਮੇਰੇ ਕੋਲ ਮਾੜੀ ਮੋਟੀ ਨਵੀਂ ਗੱਲ। ਦੇਖੋ ਗੱਲ ਸੁਣੋ, ਨਵਜੋਤ ਸਿੱਧੂ ਪ੍ਰਧਾਨ ਬਣ ਕੇ ਅੰਮ੍ਰਿਤਪਾਲ ਤੇ ਚਰਨਜੀਤ ਇਹਦਾ ਮੈਨੂੰ ਇੱਕ ਫਾਇਦਾ ਕਿ ਜਦੋਂ ਮਰਜ਼ੀ ਮੈਂ ਬੁਲਾ ਕੇ ਇਹਨਾਂ ਨੂੰ ਖਬਰ ਦੇ ਲੈਂਦੀ। ਤੁਸੀਂ ਘੱਟ ਆਉਂਦੇ ਹੋ ਸਾਰੇ, ਤੁਹਾਡਾ ਵੀ ਨੁਕਸਾਨ ਹੈ। ਤੁਸੀਂ ਜ਼ਿਆਦਾ ਉਹਨਾਂ ਨਾਲ ਕੰਟੈਕਟ ਰੱਖਦੇ ਹੋ ਨਾ। ਇਹ ਹੁਣ ਯਾਦ ਬਹੁਤ ਕਰਾਉਂਦੇ ਨਾ, ਹਰ ਗੱਲ ਯਾਦ ਬਹੁਤ ਕਰਾਉਂਦੇ, ਤੁਸੀਂ ਯਾਦ ਨਹੀਂ ਕਰਾਉਂਦੇ ਆ। ਨਵਜੋਤ ਸਿੱਧੂ ਪ੍ਰਧਾਨ ਬਣ ਕੇ ਆ ਰਿਹਾ ਜੀ ਕੱਲ ਮੱਥਾ ਟੇਕਣ।